ਹੈਲੋ ਪਿਆਰੇ ਬੱਚਿਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਜੀ ਆਇਆਂ ਨੂੰ ਤੁਹਾਡੇ ਆਪਣੇ ਚੈਨਲ ਆਈ ਥਿੰਕ ਤੇ ਪੜ੍ਹੋ ਸਾਰੇ ਵਧੋ ਸਾਰੇ ਪੰਜਾਬੀ ਵਿਸ਼ੇ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਬੱਚਿਓ। ਸਵਾਗਤ ਕਰਦਾ ਤੁਹਾਡੇ ਮਾਤਾ ਪਿਤਾ, ਤੁਹਾਡੇ ਛੋਟੇ ਵੱਡੇ ਭੈਣ ਭਰਾ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀ ਜਿਨ੍ਹਾਂ ਨੇ ਇਹ ਵੀਡੀਓ ਤੁਹਾਨੂੰ ਦਿੱਤੀ ਹੈ। ਤੁਸੀਂ ਵੇਖ ਰਹੇ ਹੋ, ਪੜ੍ਹਾਈ ਕਰ ਰਹੇ ਹੋ। ਪਿਆਰੇ ਬੱਚਿਓ, ਅੱਜ ਅਸੀਂ ਇੱਕ ਨਵਾਂ ਪਾਠ ਸ਼ੁਰੂ ਕਰਨ ਜਾ ਰਹੇ ਹਾਂ। ਪਾਠ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਅਰਦਾਸ ਕਰਾਂ ਉਸ ਪਰਮਾਤਮਾ ਅੱਗੇ ਕਿ ਮੇਰੇ ਸਾਰੇ ਬੱਚੇ ਜਿਹੜੇ ਹੈ ਉਹ ਬਿਲਕੁਲ ਤੰਦਰੁਸਤ ਸਿਹਤਮੰਦ ਰਹਿਣ। ਘਰਾਂ 'ਚ ਰਹਿ ਕੇ ਜਿੱਥੇ ਪੜ੍ਹ ਰਹੇ ਹਨ ਉੱਥੇ ਉਹਨਾਂ ਦੇ ਪਰਿਵਾਰ, ਰਿਸ਼ਤੇਦਾਰ, ਭੈਣ ਭਰਾ ਸਾਰੇ ਸੁਖੀ ਵਸਣ, ਸਵਸਥ ਰਹਿਣ। ਇਹੀ ਮੇਰੀ ਅਰਦਾਸ ਹੈ। ਔਰ ਤੁਸੀਂ ਵੀ ਬੱਚਿਓ ਆਪਣਾ ਖਿਆਲ ਰੱਖਦੇ ਹੋਏ ਇਹ ਕਦੀ ਨਹੀਂ ਭੁੱਲਣਾ ਕਿ ਅਸੀਂ ਲਗਾਤਾਰ ਹੱਥਾਂ ਨੂੰ ਧੋਣਾ ਹੈ। ਪਖਾਨਾ ਜਾਣ ਤੋਂ ਬਾਅਦ ਵੀ, ਖਾਣਾ ਖਾਣ ਤੋਂ ਪਹਿਲਾਂ ਵੀ, ਔਰ ਘਰਾਂ ਦੇ ਵਿੱਚ ਅਸੀਂ ਰਹਿ ਕੇ ਆਪਣੇ ਆਪ ਨੂੰ ਇਸ ਯੋਗ ਬਣਾਉਣਾ ਹੈ ਕਿ ਅਸੀਂ ਇਸ ਬਿਮਾਰੀ ਨਾਲ ਲੜਾ ਸਕੀਏ, ਜੂਝ ਸਕੀਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਪੈਂਡੈਮਿਕ ਦੀ ਜਿਹੜੀ ਸਿਚੁਏਸ਼ਨ ਬਣੀ ਹੈ, ਮਹਾਂਮਾਰੀ ਜਿਹੜੀ ਹੈ, ਉਸ ਤੋਂ ਪਾਰ ਪਾ ਲਈਏ। ਇਹ ਤਾਂ ਹੀ ਸੰਭਵ ਹੈ ਬੱਚਿਓ ਜੇਕਰ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਹੋਏ, ਆਪਣੀ ਮਦਦ ਆਪ ਕਰਦੇ ਹੋਏ, ਅਸੀਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ, ਇਸ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਆਪ ਨੂੰ ਇਸ ਯੋਗ ਬਣਾਵਾਂਗੇ ਕਿ ਅਸੀਂ ਆਪਣੇ ਆਪ ਦੀ ਸੰਭਾਲ ਕਰੀਏ। ਆਓ ਬੱਚਿਓ, ਅੱਜ ਅਸੀਂ ਪਾਠ ਨੰਬਰ 2 ਗੱਤਕਾ ਇਹ ਸ਼ੁਰੂ ਕਰਨ ਵਾਲੇ ਹਾਂ। ਬੜਾ ਇੰਟਰਸਟਿੰਗ ਟੌਪਿਕ ਹੈ। ਅੱਜ ਸੰਸਾਰ ਦੇ ਵਿੱਚ ਜਿੰਨੀਆਂ ਵੀ ਖੇਡਾਂ ਬੱਚਿਓ ਪ੍ਰਚਲਿਤ ਨੇ, ਉਹਨਾਂ ਤਕਰੀਬਨ ਸਾਰੀਆਂ ਖੇਡਾਂ ਦੀ ਕੋਈ ਨਾ ਕੋਈ ਮਾਂ ਖੇਡ ਹੁੰਦੀ ਹੈ। ਮਾਂ ਖੇਡ ਦਾ ਮਤਲਬ ਇਹ ਕਿ ਕਿਤੇ ਨਾ ਕਿਤੇ ਜੋ ਅੱਜ ਤੁਸੀਂ ਖੇਡ ਵੇਖ ਰਹੇ ਹੋ ਇਸ ਦੀ ਸ਼ੁਰੂਆਤ ਹੋ ਚੁੱਕੀ ਸੀ। ਇਸੇ ਤਰ੍ਹਾਂ ਹੀ ਗੱਤਕਾ ਹੈ। ਗੱਤਕੇ ਦੀ ਸ਼ੁਰੂਆਤ ਵੀ ਜਿਹੜੀ ਹੈ ਪੁਰਾਣੇ ਸਮੇਂ ਦੇ ਵਿੱਚ ਹੋ ਚੁੱਕੀ ਸੀ। ਔਰ ਇਸ ਸ਼ੁਰੂਆਤ ਨੇ ਬਹੁਤ ਸਾਰੀਆਂ ਖੇਡਾਂ ਨੂੰ ਜਨਮ ਦਿੱਤਾ। ਜਦੋਂ ਅਸੀਂ ਸਾਰੇ ਪਾਠ ਨੂੰ ਪੜ੍ਹਾਂਗੇ ਤਾਂ ਬੜੇ ਵਿਸਤਾਰ ਨਾਲ ਸਾਨੂੰ ਪਤਾ ਲੱਗੇਗਾ। ਜਿੱਥੇ ਇਸ ਨੇ ਬਹੁਤ ਸਾਰੀਆਂ ਖੇਡਾਂ ਨੂੰ ਜਨਮ ਦਿੱਤਾ, ਬਹੁਤ ਸਾਰੀਆਂ ਖੇਡਾਂ ਦੀ ਜਨਮਦਾਤੀ ਹੈ, ਉੱਥੇ ਨਾਲ ਹੀ ਸਾਡੇ ਵਿੱਚ ਜੋਸ਼ ਭਰਨ ਵਾਲੀ ਖੇਡ ਹੈ, ਸਾਡੇ ਅੰਦਰ ਵੀਰਤਾ ਭਰਨ ਵਾਲੀ ਖੇਡ ਹੈ, ਬਹਾਦਰੀ ਭਰਨ ਵਾਲੀ ਖੇਡ ਹੈ। ਇਸ ਬਾਰੇ ਅਸੀਂ ਵਿਸਥਾਰ ਨਾਲ ਚਰਚਾ ਕਰਾਂਗੇ। ਸੋ ਸਾਰੇ ਬੱਚੇ ਆਪੋ ਆਪਣੀਆਂ ਕਾਪੀਆਂ, ਪੈਨਸਲਾਂ ਜਿਹੜੀਆਂ ਨੇ, ਕਾਪੀਆਂ ਨੇ, ਪੈਨ ਨੇ, ਬੁੱਕਸ ਨੇ, ਆਪਣੇ ਸਾਹਮਣੇ ਰੱਖੋ, ਇਕਾਂਤ 'ਚ ਹੋ ਕੇ ਬੈਠੋ ਔਰ ਆਪਾਂ ਪੜ੍ਹਨਾ ਸ਼ੁਰੂ ਕਰੀਏ। ਸੋ ਆਸ ਕਰਦਾ ਹਾਂ ਕਿ ਸਾਰੇ ਬੱਚਿਆਂ ਨੇ ਆਪ ਆਪਣੀ ਕਿਤਾਬਾਂ ਆਪਣੇ ਸਾਹਮਣੇ ਰੱਖੀਆਂ ਹੋਣਗੀਆਂ। ਆਓ ਪੜ੍ਹਨਾ ਸ਼ੁਰੂ ਕਰੀਏ, ਸਮਝਣਾ ਸ਼ੁਰੂ ਕਰੀਏ। ਗੱਤਕਾ ਪੰਜਾਬੀਆਂ ਦਾ ਇੱਕ ਜੰਗੀ ਹੁਨਰ ਹੈ। ਇਹਦੇ ਰਾਹੀਂ ਵਿਰੋਧੀ ਉੱਤੇ ਵਾਰ ਕਰਨ ਅਤੇ ਰੋਕਣ ਦਾ ਅਭਿਆਸ ਹੁੰਦਾ ਹੈ। 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਜਿਹਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਸੈਨਿਕਾਂ ਲਈ ਗੱਤਕਾ ਸਿੱਖਣਾ ਜ਼ਰੂਰੀ ਸੀ। ਕਹਿਣ ਦਾ ਭਾਵ ਕਿ ਸੈਨਾ ਵਿੱਚ ਅਗਰ ਭਰਤੀ ਹੋਣਾ ਹੁੰਦਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਤੱਕ ਗੱਤਕੇ ਨੂੰ ਬੇਸ ਆਧਾਰ ਮੰਨਿਆ ਜਾਂਦਾ ਸੀ। ਬੱਚਿਓ, ਜਿਸ ਬੰਦੇ ਨੇ ਜੰਗ ਦੇ ਵਿੱਚ ਭਾਗ ਲੈਣਾ ਹੈ, ਸਿਪਾਹੀ ਬਣਨਾ ਹੈ, ਸਭ ਤੋਂ ਪਹਿਲਾਂ ਨੇ ਜਿਵੇਂ ਸਿਪਾਹੀ ਬਣਨਾ, ਫਿਰ ਹੀ ਜੰਗ 'ਚ ਭਾਗ ਲਿਆ ਜਾ ਸਕਦਾ ਹੈ। ਉਸ ਵਾਸਤੇ ਜ਼ਰੂਰੀ ਸੀ ਕਿ ਉਹ ਗੱਤਕਾ ਜਿਹੜਾ ਹੈ ਉਹਨਾਂ ਨੂੰ ਆਉਣਾ ਚਾਹੀਦਾ ਹੈ। ਜਿਵੇਂ ਜਾਪਾਨ ਦੀ ਖੇਡ ਕਰਾਟੇ ਸਵੈ ਰੱਖਿਆ ਵਾਲੀ ਖੇਡ ਗਿਣੀ ਜਾਂਦੀ ਹੈ, ਉਵੇਂ ਪੰਜਾਬੀਆਂ ਦਾ ਗੱਤਕਾ ਵੀ ਬਚਾਅ ਵਾਲੀ ਖੇਡ ਹੈ। ਬੱਚਿਓ, ਬਹੁਤ ਸਾਰੇ ਬੱਚੇ ਇਸ ਤਰ੍ਹਾਂ ਮਹਿਸੂਸ ਕਰਦੇ ਨੇ ਕਿ ਕਰਾਟੇ ਜਾਂ ਗੱਤਕਾ, ਜੁੱਡੋ ਇਸ ਤਰ੍ਹਾਂ ਦੀਆਂ ਖੇਡਾਂ ਨੇ ਜਿਹੜੀਆਂ ਵਾਰ ਕਰਨ ਵਾਲੀਆਂ ਨੇ। ਇਹ ਬਿਲਕੁਲ ਗਲਤ ਧਾਰਨਾ ਹੈ।
ਬੇਟਾ ਇਹ ਕਦੀ ਵੀ ਖੇਡਾਂ ਵਾਰ ਕਰਨ ਵਾਲੀਆਂ ਨਹੀਂ। ਇਹ ਉਹ ਖੇਡਾਂ ਨੇ ਜਿਨ੍ਹਾਂ ਖੇਡਾਂ ਦਾ ਮਕਸਦ ਜਿਹੜਾ ਹੈ ਆਪਣੇ ਆਪ ਦੀ ਰੱਖਿਆ ਕਰਨਾ ਹੈ, ਸੁਰੱਖਿਆ ਕਰਨਾ ਹੈ। ਸਵੈ ਰੱਖਿਅਕ ਖੇਡਾਂ ਨੇ। ਇਸ ਗੱਲ ਦਾ ਬੱਚਿਓ ਬਿਲਕੁਲ ਖਿਆਲ ਰੱਖਣਾ ਹੈ। ਗਦਾ ਯੁੱਧ ਦਾ ਪਹਿਲਾ ਪੜਾਅ ਹੈ। ਅੱਜ ਕੱਲ੍ਹ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗੱਤਕਾ ਖੇਡਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਵਿੱਦਿਅਕ ਮੁਕਾਬਲਿਆਂ ਅਧੀਨ ਗੱਤਕਾ ਖੇਡ ਦੇ ਮੁੰਡਿਆਂ ਅਤੇ ਕੁੜੀਆਂ ਦੇ ਅਲੱਗ-ਅਲੱਗ ਮੁਕਾਬਲੇ ਕਰਵਾਏ ਜਾਂਦੇ ਹਨ। ਜਿਸ ਨੇ ਗਦਾ ਯੁੱਧ ਦਾ ਮਾਹਰ ਬਣਨਾ ਹੈ ਉਹ ਪਹਿਲਾਂ ਗੱਤਕਾ ਖੇਡਣਾ ਸਿੱਖੇ। ਗੱਤਕੇ ਦੀ ਸਿਖਲਾਈ ਡੰਡੇ ਸੋਟੀਆਂ ਤੋਂ ਸ਼ੁਰੂ ਹੋ ਕੇ ਤਲਵਾਰਾਂ ਚਲਾਉਣ ਤੱਕ ਹੈ। ਓਲੰਪਿਕ ਖੇਡਾਂ ਵਿੱਚ ਖੇਡੀ ਜਾਂਦੀ ਖੇਡ ਫੈਂਸਿੰਗ ਗੱਤਕੇ ਦਾ ਹੀ ਸੁਧਰਿਆ ਰੂਪ ਹੈ। ਗੱਤਕੇ ਵਿੱਚ ਮੁੱਢਲੇ ਤੌਰ 'ਤੇ 3.5 ਹੱਥ ਲੰਮਾ ਡੰਡਾ ਅਤੇ ਛੋਟੀ ਢਾਲ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ। ਡੰਡੇ ਉੱਤੇ ਚੰਮ ਦਾ ਖੋਲ ਚੜਿਆ ਹੁੰਦਾ ਹੈ। ਸੱਜੇ ਹੱਥ ਵਿੱਚ ਗੱਤਕਾ ਅਤੇ ਖੱਬੇ ਹੱਥ ਵਿੱਚ ਫਰੀ, ਜਿਹਨੂੰ ਅਸੀਂ ਫੱਟੀ ਜਾਂ ਢਾਲ ਵੀ ਕਹਿੰਦੇ ਹਾਂ, ਲੈ ਕੇ ਦੋ ਜਣੇ ਆਪੋ ਵਿੱਚ ਖੇਡਦੇ ਹਨ। ਫਾਰਸੀ ਦਾ ਖੁਤਕਾ ਸ਼ਬਦ ਪੰਜਾਬੀਆਂ ਦੇ ਮੂੰਹ ਚੜ੍ਹ ਕੇ ਗੱਤਕਾ ਬਣਿਆ ਹੈ। ਕਿਉਂਕਿ ਬੱਚਿਓ ਸਮਝਣ ਵਾਲੀ ਗੱਲ ਹੈ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਫਾਰਸੀ ਜਿਹੜੀ ਭਾਸ਼ਾ ਸੀ, ਕਿਉਂਕਿ ਖੁਦ ਫਾਰਸੀ ਦੇ ਵਿਦਵਾਨ ਸਨ, ਕਾਫੀ ਲਿਖਤਾਂ ਦੇ ਵਿੱਚ ਉਹਨਾਂ ਦੀ ਲਿਖਤਾਂ ਜਿਹੜੀਆਂ ਨੇ ਫਾਰਸੀ ਦੇ ਵਿੱਚ ਨੇ, ਔਰ 75 ਨਾਟਕ ਉਹਨਾਂ ਵਿੱਚ ਇੱਕ ਹੈ। ਕਿਉਂਕਿ ਇਹ ਵੀ ਸ਼ਬਦ ਫਾਰਸੀ ਦਾ ਹੀ ਹੈ, ਖੁਤਕਾ, ਜਿਸ ਤੋਂ ਸ਼ਬਦ ਬਣਿਆ ਹੈ ਗੱਤਕਾ। ਜਿਸ ਤਰ੍ਹਾਂ ਕਿ ਅਸੀਂ ਸ਼ਬਦ ਨੂੰ ਵਿਗਾੜਦੇ ਇੱਕ ਪਾਸੇ ਕਹਿ ਲਈਏ ਜਾਂ ਸੁਧਾਰਦੇ ਇੱਕ ਪਾਸੇ ਕਹਿ ਲਈਏ, ਗੱਲ ਇੱਕ ਹੀ ਹੈ। ਕਿਉਂਕਿ ਸ਼ਬਦਾਂ ਦੇ ਜਿਹੜੇ ਬਣਾਵਟ ਹੈ, ਬੋਲਚਾਲ ਦੇ ਵਿੱਚ ਉਹਦੀ ਲੈਅ ਹੈ, ਸਮੇਂ ਦੇ ਨਾਲ ਬਦਲ ਜਾਇਆ ਕਰਦੀ ਹੈ। ਕੁਸ਼ਤੀ ਵਾਂਗ ਇਸ ਖੇਡ ਵਿੱਚ ਵੀ ਉਸਤਾਦੀ ਸ਼ਾਗਿਰਦੀ ਚੱਲਦੀ ਹੈ। ਗੱਤਕਾ ਉਸਤਾਦਾਂ ਦੇ ਆਪਣੇ ਅਖਾੜੇ ਹੁੰਦੇ ਹਨ। ਮਾਪੇ ਆਪਣੇ ਬੱਚਿਆਂ ਨੂੰ ਗੱਤਕਾ ਸਿਖਾਉਣ ਲਈ ਉਸਤਾਦਾਂ ਕੋਲ ਭੇਜਦੇ ਹਨ। ਉਸਤਾਦ ਕੁਝ ਰਸਮਾਂ ਪੂਰੀਆਂ ਕਰਕੇ ਬੱਚੇ ਨੂੰ ਭੁਜੰਗੀ ਬਣਾਉਂਦੇ ਹਨ। ਭੁਜੰਗੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਹਨਾਂ ਦੇ ਚਾਲ ਚੱਲਣ ਨੇਕ ਰੱਖਣਾ ਹੈ। ਬੱਚੇ, ਬਜ਼ੁਰਗ, ਔਰਤ, ਤਿੰਨ ਤਾਣੇ ਉੱਤੇ ਵਾਰ ਨਹੀਂ ਕਰਨਾ, ਸਗੋਂ ਉਹਨਾਂ ਦੀ ਢਾਲ ਬਣਨਾ ਹੈ। ਸਾਦੀ ਅਤੇ ਸ਼ੁੱਧ ਖੁਰਾਕ ਖਾਣੀ ਹੈ, ਕੋਈ ਨਸ਼ਾ ਨਹੀਂ ਕਰਨਾ। ਖੇਡ ਸਿਖਲਾਈ ਦੇ ਅਮਲੀ ਦੌਰ ਵਿੱਚ ਪਹਿਲਾਂ ਜੁੱਸੇ ਗਰਮਾਏ ਜਾਂਦੇ ਹਨ। ਇਹਦੇ ਲਈ ਡੰਡ ਬੈਠਕਾਂ ਦੇ ਅਖਾੜੇ ਦੁਆਲੇ ਦੌੜਾਂ ਲਾਉਣ ਦਾ ਅਭਿਆਸ ਹੁੰਦਾ ਹੈ। ਫਿਰ ਹਥਿਆਰਾਂ ਨੂੰ ਨਮਸਕਾਰ ਕਰਕੇ ਹਥਿਆਰ ਹੱਥ ਵਿੱਚ ਫੜਨ, ਪੈਂਤੜਾ ਲੈਣ, ਵਾਰ ਕਰਨ ਅਤੇ ਰੋਕਣ ਦੇ ਦਾਅ ਪੇਚ ਸਿਖਾਏ ਜਾਂਦੇ ਹਨ। ਮੁਕਾਬਲੇ ਇਕੱਲੇ ਦੇ ਵੀ ਹੁੰਦੇ ਹਨ ਅਤੇ ਟੋਲੀਆਂ ਵਿਚਕਾਰ ਵੀ
ਹੁੰਦੇ ਹਨ। ਪਹਿਲਾਂ ਪਹਿਲ ਅਨੰਦਪੁਰ ਸਾਹਿਬ ਤੇ ਪਾਉਂਟਾ ਸਾਹਿਬ ਗੱਤਕੇ ਦੇ ਵੱਡੇ ਕੇਂਦਰ ਸਨ। ਹੋਲੇ ਮਹੱਲੇ ਸਮੇਂ ਗੱਤਕੇ ਦੇ ਵੱਡੀ ਪੱਧਰ 'ਤੇ ਮੁਕਾਬਲੇ ਹੁੰਦੇ ਸਨ। ਬੀਤੇ ਸਮੇਂ ਵਿੱਚ ਇਸ ਖੇਡ ਦਾ ਇੱਕ ਫਾਇਦਾ ਇਹ ਵੀ ਸੀ ਕਿ ਚੰਗੀ ਖੇਡ ਵਿਖਾਉਣ ਵਾਲੇ ਜਵਾਨਾਂ ਨੂੰ ਸਿੱਧਾ ਹੀ ਫੌਜ ਵਿੱਚ ਭਰਤੀ ਕਰ ਲਿਆ ਜਾਂਦਾ ਸੀ। ਜਰਨੈਲ ਹਰੀ ਸਿੰਘ ਨਲੂਆ ਇੰਜ ਹੀ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰੀ ਚੜ੍ਹਿਆ ਸੀ। ਅੱਜ ਕੱਲ੍ਹ ਕੁਝ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਗੱਤਕਾ ਖੇਡਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਹੁਨਰ ਪਹਿਲਾਂ ਮਰਦਾਂ ਤੱਕ ਹੀ ਸੀਮਤ ਸੀ। ਹੁਣ ਔਰਤਾਂ ਵੀ ਇਸ ਵਿੱਚ ਭਾਗ ਲੈਣ ਲੱਗ ਪਈਆਂ ਹਨ। ਨਿਹੰਗ ਸਿੰਘਾਂ ਦੀ ਇਹ ਹਰਮਨ ਪਿਆਰੀ ਖੇਡ ਹੈ। ਇਹ ਖੇਡ ਹੁਣ ਨਗਰ ਕੀਰਤਨਾਂ ਅਤੇ ਖਾਸ ਖੇਡ ਸਮਾਗਮਾਂ ਵਿੱਚ ਹੀ ਖੇਡੀ ਜਾਂਦੀ ਹੈ। ਕਦੇ ਕਦੇ ਕੋਈ ਗੱਤਕਾਬਾਜ਼ ਕਿਸੇ ਪੇਂਡੂ ਖੇਡ ਮੇਲੇ ਵਿੱਚ ਆਪਣੀ ਖੇਡ ਦੇ ਜ਼ੋਹਰ ਵਿਖਾ ਦਿੰਦਾ ਹੈ ਅਤੇ ਦਰਸ਼ਕ ਵਿਸਰ ਰਹੀ ਖੇਡ ਦਾ ਆਨੰਦ ਮਾਣ ਲੈਂਦੇ ਹਨ। ਅੰਤ ਵਿੱਚ ਇਸ ਖੇਡ ਦਾ ਪਿਛੋਕੜ ਜਾਣਨਾ ਜ਼ਰੂਰੀ ਹੈ। ਸਾਡੇ ਦੇਸ਼ ਵਿੱਚ ਪੰਜਾਬ ਦੀ ਭੂਗੋਲਿਕ ਸਥਿਤੀ ਖਾਸ ਸੀ। ਥਲ ਰਾਹੀਂ ਆਉਂਦੇ ਹਮਲਾਵਰ, ਥਲ ਹੁੰਦਾ ਬੱਚਿਓ ਜ਼ਮੀਨ, ਧਰਤੀ, ਥਲ ਰਾਹੀਂ ਆਉਂਦੇ ਹਮਲਾਵਰ ਇੱਥੋਂ ਲੰਘਦੇ ਰਹੇ ਹਨ। ਇਸ ਕਾਰਨ ਆਤਮ ਸੁਰੱਖਿਆ ਹਰੇਕ ਦੀ ਲੋੜ ਬਣ ਗਈ। ਵਿਰੋਧੀ ਦਾ ਮੁਕਾਬਲਾ ਕਰਨ ਲਈ ਸਾਰਿਆਂ ਨੂੰ ਤਿਆਰ ਰਹਿਣਾ ਪੈਂਦਾ ਸੀ। ਗੱਤਕੇ ਦੀ ਖੇਡ ਇਸ ਲੋੜ ਵਿੱਚੋਂ ਹੀ ਪੈਦਾ ਹੋਈ ਹੈ। ਸੋ ਇਸੇ ਵਿੱਚੋਂ ਤੁਹਾਡਾ ਪਾਠ ਗੱਤਕਾ ਜਿਹੜਾ ਅੱਜ ਅਸੀਂ ਪੜ੍ਹਿਆ। ਆਸ਼ਾ ਕਰਦਾ ਹਾਂ ਕਿ ਸਾਰੇ ਬੱਚਿਆਂ ਨੂੰ ਸਮਝ ਆਇਆ ਹੋਵੇਗਾ ਕਿ ਗੱਤਕਾ ਖੇਡ ਕੀ ਹੈ, ਕਿੱਥੋਂ ਇਹਦਾ ਜਨਮ ਹੋਇਆ ਹੈ, ਕਦੋਂ ਤੋਂ ਇਹ ਖੇਡੀ ਜਾ ਰਹੀ ਹੈ, ਇਸ ਦਾ ਕੀ ਮਹੱਤਵ ਹੈ, ਅਜੋਕੇ ਸਮੇਂ ਵਿੱਚ ਗੱਤਕੇ ਦਾ ਕੀ ਰੋਲ ਹੈ, ਗੱਤਕਾ ਕਿੱਥੇ ਖੇਡਿਆ ਜਾਂਦਾ ਹੈ, ਇਹ ਖੇਡ ਹਰਮਨ ਪਿਆਰੀ ਕਿਉਂ ਹੈ, ਇਹ ਖੇਡ ਯੋਧਿਆਂ ਦੀ ਖੇਡ ਕਿਉਂ ਹੈ, ਇਹ ਖੇਡ ਜੰਗੀ ਹੁਨਰ ਦੀ ਮਾਲਕ ਕਿਉਂ ਹੈ, ਇਸ ਵਿੱਚ ਜੰਗੀ ਹੁਨਰ ਕਿਉਂ ਨਹੀਂ, ਇਹ ਕਿਸ ਸ਼ਬਦ ਦਾ ਵਿਗੜਿਆ ਹੋਇਆ ਰੂਪ ਹੈ। ਇਹ ਬਹੁਤ ਸਾਰੇ ਪ੍ਰਸ਼ਨ ਨੇ ਜਿਹੜੇ ਆਪਾਂ ਅੱਗੇ ਜਾ ਕੇ ਹੱਲ ਕਰਾਂਗੇ। ਇਸ ਪਾਠ ਨੂੰ ਘੱਟੋ ਘੱਟ ਇੱਕ ਵਾਰ ਜ਼ਰੂਰ ਹੋਰ ਪੜ੍ਹੋ ਬੇਟਾ, ਕਿਉਂਕਿ ਕਿਸੇ ਚੀਜ਼ ਨੂੰ ਧਿਆਨ ਨਾਲ ਪੜ੍ਹ ਲੈਣਾ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਬਹੁਤ ਸਾਰੇ ਉੱਤਰ ਜਿਹੜੇ ਨੇ ਸਾਡੇ ਦਿਮਾਗ ਵਿੱਚ ਉਤਰ ਜਾਂਦੇ ਨੇ, ਘਰ ਕਰ ਜਾਂਦੇ ਨੇ। ਜਦੋਂ ਅਸੀਂ ਇਹਨਾਂ ਦੀ ਅਭਿਆਸ ਕਰਦੇ ਹਾਂ ਤਾਂ ਆਪਣੇ ਆਪ ਹੀ ਉੱਤਰ ਜਿਹੜੇ ਨੇ ਉਹ ਤੁਹਾਨੂੰ ਮਿਲਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਟੈਸਟ ਜਿਹੜੇ ਨੇ ਸ਼ੁਰੂ ਹੋ ਜਾਣੇ ਨੇ। ਆਬਜੈਕਟਿਵ ਵੀ ਹੋਣੇ ਨੇ, ਸਬਜੈਕਟਿਵ ਵੀ ਸ਼ਾਇਦ ਹੋਣ। ਸੋ ਇਸ ਲਈ ਜ਼ਰੂਰੀ ਹੈ ਕਿ ਕੋਈ ਵੀ ਵੀਡੀਓ, ਕੋਈ ਵੀ ਕੰਟੈਂਟ ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਜਾਂ ਤੁਸੀਂ ਘਰ ਬੈਠੇ ਵੀ ਤਿਆਰੀ ਕਰ ਰਹੇ ਹੋ ਤਾਂ ਸੁੰਦਰ ਲਿਖਾਈ ਦੇ ਵਿੱਚ ਉੱਥੇ ਜਿੱਥੇ ਤੁਸੀਂ ਇਸ ਦੀ ਤਿਆਰੀ ਕਰਨੀ ਹੈ ਉੱਥੇ ਨਾਲ ਹੀ ਆਪਣੇ ਸੁੰਦਰ ਅਤੇ ਸੁਲਝੇ ਹੋਏ ਦਿਮਾਗ ਨਾਲ ਜਿਹੜਾ ਹੈ ਇਸ ਨੂੰ ਸਮਝਣ ਦਾ ਵੀ ਯਤਨ ਕਰਨਾ ਹੈ। ਸੋ ਇਹ ਵੀਡੀਓ ਇੱਥੋਂ ਤੱਕ ਹੀ। ਔਖੇ ਸ਼ਬਦ ਅਤੇ ਬਾਕੀ ਅਭਿਆਸ ਅਸੀਂ ਨੈਕਸਟ ਵੀਡੀਓ ਤੋਂ ਸ਼ੁਰੂ ਕਰਾਂਗੇ, ਜਦੋਂ ਅਸੀਂ ਪੰਜਾਬੀ ਦੀ ਵੀਡੀਓ ਕਰਾਂਗੇ। ਹੁਣ ਆਪਣਾ ਖਿਆਲ ਰੱਖਿਓ, ਆਪਣੇ ਤੋਂ ਜ਼ਿਆਦਾ ਆਪਣੇ ਛੋਟੇ ਵੱਡੇ ਭੈਣ ਭਰਾਵਾਂ ਦਾ ਖਿਆਲ ਰੱਖਿਓ, ਔਰ ਇਹ ਵੀ ਖਿਆਲ ਰੱਖਿਓ ਕਿ ਜਿੱਥੇ ਅਸੀਂ ਆਪਣਾ ਬਚਾਅ ਕਰਨਾ ਹੈ ਉੱਥੇ ਆਪਣਾ ਪਰਿਵਾਰ ਦਾ ਅਤੇ ਆਂਢੀ ਗੁਆਂਢੀਆਂ ਦਾ ਵੀ ਖਿਆਲ ਕਰਨਾ ਹੈ, ਕਿਉਂਕਿ ਕਰੋਨਾ ਵਾਇਰਸ ਨਾਂ ਦੀ ਬਿਮਾਰੀ ਜਿਹੜੀ ਹੈ ਇਸ ਦਾ ਪਸਾਰਾ ਲਗਾਤਾਰ ਵੱਧ ਰਿਹਾ ਹੈ, ਤੇਜ਼ ਹੈ। ਇਸ ਨੂੰ ਰੋਕਣਾ ਬੇਸ਼ੱਕ ਸਾਡੇ ਹੱਥ ਵਿੱਚ ਹੈ, ਆਪਾਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣੀਆਂ ਨੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਪਾਠ ਨੂੰ ਜ਼ਰੂਰ ਪੜ੍ਹਿਓ। ਅਗਲੀ ਵੀਡੀਓ 'ਚ ਫਿਰ ਮੁਲਾਕਾਤ ਹੋਵੇਗੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।